यीशु बुला रहा, तेरा नाम लेने पर तुझे यीशु बुला रहा, यीशु बुला रहा, यीशु बुला रहा, तेरा नाम लेने पर तुझे यीशु बुला रहा। क्या पाएगा तू जीत कर इस दुनिया को, क्या लाभ होगा खोकर आत्मा को, क्या पाएगा तू जीत कर इस दुनिया को, क्या लाभ होगा खोकर आत्मा को। तू आजा यीशु के पास, तुझे यीशु बुला रहा, तू आजा यीशु के पास, तुझे यीशु बुला रहा, यीशु बुला रहा, यीशु बुला रहा, तेरा नाम लेने पर तुझे यीशु बुला रहा। ਬਾਪ ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਉੱਤੇ ਆਮੀਨ। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਇਹਨਾਂ ਪਾਕ ਭੇਦਾਂ ਨੂੰ ਯੋਗ ਰੀਤ ਨਾਲ ਛਡਾਉਣ ਲਈ ਆਓ ਅਸੀਂ ਆਪਣੀਆਂ ਗੁਨਾਹਾਂ ਨੂੰ ਕਬੂਲ ਕਰੀਏ। ਮੈਂ ਇਕਬਾਲ ਕਰਦਾ ਹਾਂ ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਣਗਹਿਲੀ ਨਾਲ ਬਹੁਤ ਗੁਨਾਹ ਕੀਤੇ। ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਹੀ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਧੰਨ ਸਦਾ ਕੁਆਰੀ ਮਰੀਅਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਐ ਭਰਾਓ ਤੇ ਭੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲੇ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਏ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ। ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ, ਆਪਣੇ ਇਮਾਨਦਾਰਾਂ ਉੱਤੇ ਤਰਸ ਖਾ ਕੇ ਸਾਡੇ ਲਈ ਆਪਣੇ ਫਜ਼ਲ ਦੇ ਖਜ਼ਾਨੇ ਦਾ ਤੋਹਫਾ ਪ੍ਰਦਾਨ ਕਰ। ਬਖਸ਼ ਦੇ ਕਿ ਈਮਾਨ, ਉਮੀਦ ਅਤੇ ਪਿਆਰ ਵਿੱਚ ਸਰਗਰਮ ਹੋ ਕੇ ਹਮੇਸ਼ਾ ਤੇਰੇ ਹੁਕਮਾਂ ਦੇ ਪ੍ਰਤੀ ਵਫਾਦਾਰ ਰਹਿ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਤੇ ਰਾਜ ਕਰਦਾ ਹੈ, ਸਦਾ ਤੋਂ ਸਦਾ ਤੀਕ। ਆਮੀਨ। पाठ पहला। यिर्मयाह नबी की पुस्तक, उसका एक बाब, 1 आयत 4 ਤੋਂ 10 आयत तक। इस पुस्तक विच यिर्मयाह द्वारा
ਬੋਲੇ ਗਏ ਵਚਨਾਂ ਦਾ ਬਿਆਨ ਹੈ। ਜਿਰਮੀਆ ਦਾ ਪਿਤਾ ਹਿਲਕੀਆ ਸੀ, ਜੋ ਬਿਨਯਾਮੀਨ ਇਲਾਕੇ ਦੇ ਪੁਰੋਹਿਤਾਂ ਵਿੱਚੋਂ ਇੱਕ ਸੀ ਅਤੇ ਉਹ ਅਨਾਥੋਤ ਨਗਰ ਦਾ ਨਿਵਾਸੀ ਸੀ। ਪ੍ਰਭੂ ਨੇ ਮੈਨੂੰ ਕਿਹਾ, ਤੇਰੀ ਮਾਂ ਦੀ ਕੁੱਖ ਵਿੱਚ ਕੱਲਣ ਤੋਂ ਪਹਿਲਾਂ ਹੀ ਮੈਂ ਤੈਨੂੰ ਚੁਣ ਲਿਆ ਸੀ ਅਤੇ ਤੇਰੇ ਜਨਮ ਲੈਣ ਤੋਂ ਪਹਿਲਾਂ ਹੀ ਮੈਂ ਤੈਨੂੰ ਕੌਮਾਂ ਦੇ ਲਈ ਨਬੀ ਨਿਯੁਕਤ ਕੀਤਾ ਸੀ। ਮੈਂ ਉੱਤਰ ਦਿੱਤਾ, ਪ੍ਰਭੂ, ਮੈਂ ਤਾਂ ਅਜੇ ਬਾਲਕ ਹੀ ਹਾਂ ਅਤੇ ਇਸ ਲਈ ਮੈਂ ਬੋਲਣਾ ਵੀ ਨਹੀਂ ਜਾਣਦਾ ਹਾਂ। ਪਰ ਪ੍ਰਭੂ ਨੇ ਮੈਨੂੰ ਕਿਹਾ, ਤੂੰ ਇਸ ਤਰ੍ਹਾਂ ਨਾ ਕਹਿ ਕਿ ਤੂੰ ਹਜੇ ਛੋਟੀ ਉਮਰ ਦਾ ਹੈ, ਸਗੋਂ ਤੂੰ ਉਹਨਾਂ ਲੋਕਾਂ ਕੋਲ ਜਾ ਜਿਨ੍ਹਾਂ ਕੋਲ ਮੈਂ ਤੈਨੂੰ ਕੱਲ ਰਿਹਾ ਹਾਂ ਅਤੇ ਤੂੰ ਉਹਨਾਂ ਨੂੰ ਉਹ ਸਭ ਦੱਸ ਜਿਸ ਦੀ ਮੈਂ ਤੈਨੂੰ ਆਗਿਆ ਦੇ ਰਿਹਾ ਹਾਂ। ਤੂੰ ਕਿਸੇ ਤਰ੍ਹਾਂ ਦਾ ਡਰ ਨਾ ਰੱਖ, ਕਿਉਂਕਿ ਮੈਂ ਤੇਰੇ ਨਾਲ ਹੋਵਾਂਗਾ ਅਤੇ ਤੇਰੀ ਰੱਖਿਆ ਕਰਾਂਗਾ। ਇਹ ਮੈਂ ਪ੍ਰਭੂ ਨੇ ਕਿਹਾ ਹੈ। ਤਦ ਪ੍ਰਭੂ ਨੇ ਆਪਣਾ ਹੱਥ ਅੱਗੇ ਵਧਾ ਕੇ ਮੇਰੇ ਬੁੱਲ੍ਹਾਂ ਨੂੰ ਛੂਹਿਆ ਅਤੇ ਕਿਹਾ, ਮੈਂ ਤੇਰੇ ਮੂੰਹ ਵਿੱਚ ਆਪਣੇ ਵਚਨ ਪਾ ਰਿਹਾ ਹਾਂ ਜੋ ਤੂੰ ਬੋਲੇਗਾ। ਅੱਜ ਮੈਂ ਤੈਨੂੰ ਕੌਮਾਂ ਅਤੇ ਰਾਜਾਂ ਉੱਤੇ ਅਧਿਕਾਰ ਦੇ ਰਿਹਾ ਹਾਂ। ਤੂੰ ਚਾਹੇ ਤਾਂ ਉਹਨਾਂ ਨੂੰ ਜੜ੍ਹਾਂ ਤੋਂ ਪੁੱਟ ਕੇ ਸੁੱਟ ਸਕਦਾ ਹੈ ਜਾਂ ਉਹਨਾਂ ਨੂੰ ਨਾਸ਼ ਕਰ ਸਕਦਾ ਹੈ ਅਤੇ ਜੇਕਰ ਤੂੰ ਚਾਹੇ ਤਾਂ ਉਹਨਾਂ ਨੂੰ ਦੁਬਾਰਾ ਉਸਾਰ ਕੇ ਖੜਾ ਵੀ ਕਰ ਸਕਦਾ ਹੈ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪੁਕਾਰਦਾ ਹਾਂ ਖੁਦਾਵੰਦ ਨੂੰ ਬੁਲੰਦੀ ਆਵਾਜ਼ ਦੇ ਨਾਲ, ਪੁਕਾਰਦਾ ਹਾਂ ਖੁਦਾਵੰਦ ਨੂੰ ਬੁਲੰਦੀ ਆਵਾਜ਼ ਦੇ ਨਾਲ, ਤੇ ਉਹਦੇ ਅੱਗੇ ਮਿੰਨਤਾਂ ਮੈਂ ਕਰਨਾ ਜ਼ੋਰੀ ਬਿਨਾ, ਤੇ ਉਹਦੇ ਅੱਗੇ ਮਿੰਨਤਾਂ ਮੈਂ ਕਰਨਾ ਜ਼ੋਰੀ ਬਿਨਾ। मैं खोल के करदा हाँ परया खुदावंद दी दरगाह, मैं खोल के करदा हाँ परया खुदावंद दी दरगाह, ते ओदे अगे करदा हाँ बिया सब दुखां दा, ते ओदे अगे करदा हाँ बिया सब दुखां दा, पुकारदा हाँ खुदावंद नूं बुलंदी आवाज दे नाल, ते ओदे अगे मिन्नतां मैं करदा जोरी दे नाल। वचन तेरा ही प्रभु जीवन की ज्योति है, वचन तेरा है गुरु अनंत जीवन
है। वचन तेरा ही प्रभु जीवन की ज्योति है। वचन तेरा है गुरु अनंत जीवन है। दिव्य वचन तेरा भक्ति से सुन लूंगा। मधुर वचन तेरा दिल से मैं मानूंगा। दिव्य वचन तेरा भक्ति से सुन लूंगा। मधुर वचन तेरा दिल से मैं मानूंगा। ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮੱਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸੇ ਦਿਨ ਯਿਸੂ ਉਸ ਘਰੋਂ ਰਵਾਨਾ ਹੋ ਕੇ ਸਮੁੰਦਰ ਦੇ ਕੰਢੇ ਉੱਤੇ ਜਾ ਬੈਠਾ। ਇੱਕ ਵੱਡੀ ਭੀੜ ਇਕੱਠੀ ਹੋ ਗਈ, ਇਸ ਲਈ ਉਹ ਕਿਸ਼ਤੀ ਵਿੱਚ ਚੜ੍ਹ ਕੇ ਬੈਠ ਗਿਆ ਅਤੇ ਸਾਰੀ ਭੀੜ ਕੰਢੇ ਤੇ ਖੜੀ ਰਹੀ। ਉਸਨੇ ਉਹਨਾਂ ਨੂੰ ਤਮਸੀਲਾਂ ਵਿੱਚ ਬਹੁਤ ਸਾਰੀਆਂ ਗੱਲਾਂ ਦੱਸੀਆਂ। ਇਹ ਕਹਿੰਦੇ ਹੋਏ, ਇੱਕ ਬੀਜ ਬੀਜਣ ਵਾਲਾ ਬੀਜ ਬੀਜਣ ਲਈ ਬਾਹਰ ਗਿਆ। ਬੀਜਦੇ ਸਮੇਂ ਕੁਝ ਬੀਜ ਰਾਹ ਦੇ ਕਿਨਾਰੇ ਡਿੱਗ ਪਏ ਅਤੇ ਪੰਛੀਆਂ ਨੇ ਆ ਕੇ ਉਹਨਾਂ ਨੂੰ ਚੁਗ ਲਿਆ। ਕੁਝ ਬੀਜ ਪੱਥਰਲੀ ਜ਼ਮੀਨ ਵਿੱਚ ਡਿੱਗੇ, ਜਿੱਥੇ ਮਿੱਟੀ ਜ਼ਿਆਦਾ ਨਹੀਂ ਸੀ ਅਤੇ ਉਹ ਛੇਤੀ ਹੀ ਉੱਗ ਪਏ, ਕਿਉਂਕਿ ਉਹਨਾਂ ਦੇ ਲਈ ਮਿੱਟੀ ਡੂੰਘੀ ਨਹੀਂ ਸੀ। ਜਦੋਂ ਸੂਰਜ ਚੜ੍ਹਿਆ ਤਾਂ ਉਹ ਝੁਲਸ ਗਏ ਅਤੇ ਜੜ ਨਾ ਹੋਣ ਕਰਕੇ ਉਹ ਸੁੱਕ ਗਏ। ਕੁਝ ਬੀਜ ਕੰਡਿਆਂ ਵਿੱਚ ਡਿੱਗੇ ਅਤੇ ਕੰਡਿਆਂ ਨੇ ਵੱਡੇ ਹੋ ਕੇ ਉਹਨਾਂ ਨੂੰ ਦਬਾ ਲਿਆ। ਕੁਝ ਬੀਜ ਚੰਗੀ ਜ਼ਮੀਨ ਵਿੱਚ ਡਿੱਗੇ ਅਤੇ ਦਾਣੇ ਪੈਦਾ ਕੀਤੇ, ਕੁਝ 100 ਗੁਣਾ, ਕੁਝ 60 ਗੁਣਾ, ਕੁਝ 30 ਗੁਣਾ। ਜਿਸ ਦੇ ਸੁਣਨ ਦੇ ਕੰਨ ਹੋਣ ਉਹ ਸੁਣ ਲਵੇ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਸੰਤ ਮੱਤੀ ਦੀ ਅੰਜੀਲ ਉਸਦਾ 13 ਬਾਬ ਦੇ ਵਿੱਚੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਕਹੇ ਬਹੁਤ ਸਾਰੀਆਂ ਤਮਸੀਲਾਂ ਨੂੰ ਅਸੀਂ ਸੁਣਦੇ ਹਾਂ। ਅੱਜ ਦਾ ਤਮਸੀਲ ਬੀਜ ਬੀਜਣ ਵਾਲੇ ਦੀ ਤਮਸੀਲ ਇਹਨਾਂ ਤਮਸੀਲਾਂ ਵਿੱਚੋਂ ਪਹਿਲੀ ਤਮਸੀਲ ਹੈ ਜਿਹੜੇ ਅਸੀਂ ਸੰਤ ਮੱਤੀ ਦੀ ਅੰਜੀਲ ਦੇ ਵਿੱਚੋਂ ਸੁਣਦੇ ਹਾਂ। ਇਸ ਨੂੰ ਬੀਜ ਬੀਜਣ ਵਾਲੇ ਦੀ ਤਮਸੀਲ ਕਿਹਾ ਜਾਂਦਾ ਹੈ, ਪਰ ਇਸ ਤਮਸੀਲ ਦੇ ਵਿੱਚ ਬੀਜ ਬੀਜਣ ਵਾਲਿਆਂ ਤੋਂ ਜ਼ਿਆਦਾ ਖਾਸੀਅਤ ਬੀਜ ਨੂੰ ਅਤੇ ਜੋ ਫਲ ਉਹ ਉਤਪੰਨ ਕਰਦਾ ਹੈ ਉਸ ਨੂੰ ਹੈ। ਇਸ ਵਿੱਚ ਪ੍ਰਭੂ ਯਿਸੂ ਮਸੀਹ ਇਸ ਤਮਸੀਲ ਰਾਹੀਂ ਸਾਨੂੰ ਕੁਝ ਸੰਦੇਸ਼ ਦਿੰਦਾ ਹੈ। ਤਮਸੀਲ ਇੱਕ ਕਹਾਣੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਜਿਸ ਵਿੱਚ ਇਸ ਧਰਤੀ ਦੀਆਂ ਚੀਜ਼ਾਂ ਦੇ ਬਾਰੇ ਦੱਸਦੇ ਹੋਏ ਸਾਨੂੰ ਇੱਕ ਅਸਮਾਨੀ ਸੱਚਾਈ ਸਾਨੂੰ ਸਮਝਾਉਂਦਾ ਹੈ। ਤਮਸੀਲ ਹਰ ਇੱਕ ਤਮਸੀਲ ਦੇ ਵਿੱਚ ਅਸੀਂ ਇਸ ਧਰਤੀ ਦੀਆਂ ਗੱਲਾਂ ਨੂੰ ਅਸੀਂ ਸੁਣਦੇ ਹਾਂ, ਪਰ ਉਹ ਗੱਲਾਂ ਇੱਕ ਅਸਮਾਨੀ ਸੱਚਾਈ ਵੱਲ ਨਿਸ਼ਾਨ ਕਰਦੀ ਹੈ। ਇਸ ਤਰ੍ਹਾਂ ਦਾ ਇੱਕ ਤਮਸੀਲ ਅੱਜ ਸਾਡੀ ਮਨਨ ਚਿੰਤਨ ਦੇ ਲਈ ਰੱਖਿਆ ਗਿਆ ਹੈ, ਬੀਜ ਬੀਜਣ ਵਾਲੇ ਦੀ ਤਮਸੀਲ। ਇਸ ਵਿੱਚ ਬੀਜ ਖੁਦਾ ਦਾ ਵਚਨ ਹੈ ਅਤੇ ਪ੍ਰਭੂ ਯਿਸੂ ਮਸੀਹ ਉਸ ਬੀਜ ਬੀਜਣ ਵਾਲੇ ਦੇ ਰੂਪ ਦੇ ਵਿੱਚ ਆ ਕੇ ਸਾਡੇ ਵਿੱਚ ਉਸ ਵਚਨ ਨੂੰ
ਬੀਜ ਦਿੰਦਾ ਹੈ। ਅਤੇ ਇਹ ਸਾਡੇ ਉੱਤੇ ਨਿਰਭਰ ਹੈ, ਅਸੀਂ ਕਿਸ ਤਰ੍ਹਾਂ ਉਸ ਵਚਨ ਨੂੰ ਸਵੀਕਾਰ ਕਰਦੇ ਹਾਂ। ਜਦੋਂ ਬੀਜ ਬੀਜਿਆ ਜਾਂਦਾ ਹੈ, ਬਰਾਬਰੀ ਦੇ ਨਾਲ ਬਿਨਾਂ ਕਿਸੇ ਪੱਖਪਾਤ ਬੀਜ ਨੂੰ ਬੀਜਿਆ ਜਾਂਦਾ ਹੈ, ਪਰ ਉਹ ਬੀਜ ਜਾ ਕੇ ਡਿੱਗਦਾ ਹੈ ਕੁਝ ਰਸਤੇ ਦੇ ਵਿੱਚ, ਕੁਝ ਪੱਥਰਲੀ ਜ਼ਮੀਨ ਤੇ, ਕੁਝ ਕੰਡਿਆਂ ਵਾਲੀ ਜਗ੍ਹਾ ਤੇ ਅਤੇ ਕੁਝ ਚੰਗੇ ਜ਼ਮੀਨ ਤੇ। ਅਤੇ ਜਿਸ ਤਰ੍ਹਾਂ ਜ਼ਮੀਨ ਹੈ ਉਸ ਤਰ੍ਹਾਂ ਫਲ ਪੈਦਾ ਹੁੰਦੀ ਹੈ। ਅਸੀਂ ਵਚਨ ਨੂੰ ਸਵੀਕਾਰ ਕਰਕੇ ਵਚਨ ਦੇ ਮੁਤਾबिक ਫਲ ਪੈਦਾ ਕਰਨ ਵਾਲਾ ਬਣਨਾ ਹੈ। ਪ੍ਰਭੂ ਯਿਸੂ ਮਸੀਹ ਇਸ ਤਮਸੀਲ ਰਾਹੀਂ ਸਾਨੂੰ ਇਹ ਸਿੱਖਿਆ ਦਿੰਦਾ ਹੈ। ਸਾਨੂੰ ਪਤਾ ਹੈ ਖੁਦਾ ਆਪਣਾ ਸੰਦੇਸ਼ ਹਰੇਕ ਨੂੰ ਦਿੰਦਾ ਹੈ ਅਤੇ ਇਹ ਹਰੇਕ ਤੇ ਨਿਰਭਰ ਹੈ ਕਿਸ ਤਰ੍ਹਾਂ ਉਹ ਉਸ ਵਚਨ ਨੂੰ ਸਵੀਕਾਰ ਕਰਦਾ ਹੈ, ਕਰਦੀ ਹੈ। ਵਚਨ ਦੇ ਵਿੱਚ ਸ਼ਕਤੀ ਹੈ, ਹਰ ਬੀਜ ਦੇ ਵਿੱਚ ਉਗਣ ਦਾ, ਵਧਣ ਦਾ ਅਤੇ ਫਲ ਪੈਦਾ ਕਰਨ ਦਾ ਸ਼ਕਤੀ ਹਰ ਬੀਜ ਦੇ ਵਿੱਚ ਹੈ। ਇਸੇ ਤਰ੍ਹਾਂ ਹਰ ਵਚਨ ਦੇ ਵਿੱਚ ਵੀ ਸ਼ਕਤੀ ਹੈ, ਪਰ ਜਿਸ ਤਰ੍ਹਾਂ ਬੀਜ ਜ਼ਮੀਨ ਤੇ ਨਿਰਭਰ ਹੈ ਉਸ ਦਾ ਫਲ ਉਤਪੰਨ ਹੋਣਾ, ਇਸ ਤਰ੍ਹਾਂ ਵਚਨ ਦਾ ਫਲ ਉਤਪੰਨ ਹੋਣਾ ਸਾਡੀ ਆਪਣੀ ਜ਼ਿੰਦਗੀ ਤੇ ਨਿਰਭਰ ਹੈ। ਇਸ ਲਈ ਆਓ ਅਸੀਂ ਨਾ ਸਿਰਫ ਵਚਨ ਨੂੰ ਸੁਣਨ ਵਾਲੇ, ਵਚਨ ਤੇ ਅਮਲ ਕਰਨ ਵਾਲੇ ਬਣ ਜਾਈਏ ਅਤੇ ਵਚਨ ਤੇ ਅਮਲ ਕਰਦੇ ਹੋਏ ਅਸੀਂ ਉਹਨਾਂ ਫਲਾਂ ਨੂੰ ਉਤਪੰਨ ਕਰੀਏ। ਖੁਦਾ ਅਸਾਂ ਸਾਰਿਆਂ ਨੂੰ ਬਰਕਤ ਦੇਵੇ। बलिदान पले आया जदों याद करा, तारीफ दा मैं देवा बलिदान पले आया जदों याद करा। रेहा गुजरे दिनां विच मेरे नाल, बियाबान दे विच लई मेरी साह। रेहा गुजरे दिनां विच मेरे नाल, बियाबान दे विच लई मेरी साह। मैं सा होया बेवफा ना होया बेवफा, मैं सा होया बेवफा ना होया बेवफा, मेरी राह विच रेहा निगहबान पले आया जदों याद करा। तारीफ दा मैं देवा बलिदान पले आया जदों याद करा। ਭਰਾਵੋ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਤੇ ਵਡਿਆਈ ਦੇ ਲਈ ਅਤੇ ਸਾਡੇ ਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਇਹ ਖੁਦਾ ਯਿਸੂ ਮਸੀਹ ਦੀ ਇੱਕੋ ਹੀ ਸੰਪੂਰਨ ਕੁਰਬਾਨੀ ਵਿੱਚ ਤੂੰ ਪੁਰਾਣੇ ਨੇਮ ਦੀਆਂ ਸਾਰੀਆਂ ਕੁਰਬਾਨੀਆਂ ਨੂੰ ਮੁਕੰਮਲ ਕੀਤਾ। ਸਾਡੇ ਇਸ ਨਜ਼ਰਾਨੇ ਨੂੰ ਕਬੂਲ ਕਰ ਅਤੇ ਇਹਨਾਂ ਨੂੰ ਪਾਕ ਕਰ, ਜਿਵੇਂ ਇੱਕ ਦਿਨ ਤੂੰ ਆਪਣੇ ਧਰਮੀ ਸੇਵਕ ਹਾਬੇਲ ਦੇ ਤੋਹਫਿਆਂ ਨੂੰ ਕਬੂਲ ਕੀਤਾ। ਬਖਸ਼ ਦੇ ਕਿ ਹਰ ਕੋਈ ਜੋ ਕੁਝ ਤੇਰੀ ਮਹਿਮਾ ਲਈ ਚੜਾਉਂਦਾ ਹੈ ਉਹ ਸਾਰਿਆਂ ਦੀ ਨਜਾਤ ਲਈ ਫਾਇਦੇਮੰਦ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ,
ਇਹ ਸੱਚਮੁੱਚ ਸਹੀ ਅਤੇ ਯੋਗ ਹੈ। ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਉਹ ਤੇਰਾ ਸ਼ਬਦ ਹੈ, ਉਸ ਦੇ ਰਾਹੀਂ ਤੂੰ ਸਾਰੀਆਂ ਚੀਜ਼ਾਂ ਨੂੰ ਬਣਾਇਆ, ਜਿਸ ਨੂੰ ਤੂੰ ਸਾਡਾ ਮੁਕਤੀਦਾਤਾ ਤੇ ਨਜਾਤ ਬਖਸ਼ਣ ਵਾਲੇ ਵਜੋਂ ਭੇਜਿਆ, ਜਿਸ ਨੇ ਰੂਪ ਪਾਕ ਦੇ ਰਾਹੀਂ ਦੇ ਤਾਰ ਕੇ ਕੁਵਾਰੀ ਤੋਂ ਜਨਮ ਲਿਆ, ਤੇਰੀ ਪਾਕ ਮਰਜ਼ੀ ਪੂਰੀ ਕਰਦਿਆਂ ਤੇਰੇ ਲਈ ਇੱਕ ਪਾਕ ਕੌਮ ਨੂੰ ਹਾਸਲ ਕਰਕੇ ਉਸਨੇ ਆਪਣੀਆਂ ਬਾਹਾਂ ਪਸਾਰ ਕੇ ਦੁੱਖ ਤਸੀਹੇ ਝੱਲੇ, ਤਾਂ ਜੋ ਉਹ ਮੌਤ ਦਾ ਨਾਸ਼ ਕਰੇ ਅਤੇ ਜੀ ਉੱਠਣ ਨੂੰ ਪ੍ਰਗਟ ਕਰੇ। ਇਸ ਲਈ ਫਰਿਸ਼ਤਿਆਂ ਅਤੇ ਸਾਰੇ ਸੰਤਾਂ ਨਾਲ ਰਲ ਕੇ ਅਸੀਂ ਤੇਰੇ ਜਲਾਲ ਦਾ ਐਲਾਨ ਕਰਦੇ ਹੋਏ ਇੱਕ ਹੀ ਆਵਾਜ਼ ਨਾਲ ਕਹਿੰਦੇ ਹਾਂ, ਪਾਕ 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 ਲਸ਼ਕਰਾਂ ਦੀ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਏ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਤੂੰ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਲਈ ਸੌਂਪਦੇ ਹੋਏ ਰੋਟੀ ਲਈ, ਧੰਨਵਾਦ ਕਰਦਿਆਂ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਵੋ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦਾ ਭੇਦ। ਐ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੀ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਗਾ। ਏ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸ ਦੇ ਜੀ ਉੱਠਣ ਦੀ ਯਾਦਗਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ ਕਿਉਂ ਜੋ ਤੂੰ ਸਾਨੂੰ ਇਹ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਵਿੱਚ ਬਚੇ ਰਹੀਏ। ਏ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੀ ਕਲੀਸਿਆ ਨੂੰ ਯਾਦ ਕਰ ਅਤੇ ਉਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪਾਂ ਫ੍ਰੈਂਕੋ ਦੇ ਅਗਨੈਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਏ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਵਾਰੀ ਮਰੀਮ ਖੁਦਾ ਦੀ ਮਾਂ ਦੇ ਨਾਲ, ਉਸੇ ਕੁਵਾਰੀ ਦੇ ਮੁਬਾਰਕ ਵਰਸੰਦ ਯੂਸਫ ਦੇ ਨਾਲ, ਤਨ ਰਸੂਲਾਂ ਤੇ ਤੇਰੇ ਸਾਰੇ ਸੰਤਾਂ ਨਾਲ, ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀਵੀ ਜੀਵਨ ਦੇ ਵਾਰਿਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ ਇੱਕ ਖੁਦਾ ਪੂਰੀ ਕੁਦਰਤ ਵਾਲੇ ਬਾਪ
रूपाक दी एकता विच सब जलाल अते वडियाई तेरी ही है, सदा तुम सदा तीकर। आमीन। ਸਾਡੇ ਮੁਕਤੀਦਾਤੇ ਦੇ ਹੁਕਮ ਦੇ ਮੁਤਾਬਿਕ ਅਤੇ ਉਸ ਦੇ ਖੁਦਾਈ ਸਿੱਖਿਆ ਦੇ ਅਨੁਸਾਰ ਅਸੀਂ ਇਹ ਆਖਣ ਦੀ ਦਲੇਰੀ ਕਰਦੇ ਹਾਂ, ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉਤੇ ਪੂਰੀ ਹੁੰਦੀ ਹੈ ਜ਼ਮੀਨ ਉਤੇ ਵੀ ਹੋਵੇ। ਸਾਡੀ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ। क्यों जो राज कुदरत अते जलाल युगो युग तेरा ही है। ए प्रभु यीशु मसीहा, तू अपने रसूलों ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸ ਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਰਾਜ ਕਰਦਾ ਹੈ, ਸਦਾ ਤੁਮ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਡੇ ਉੱਤੇ ਦਇਆ ਕਰ। ਐ ਲੀਲੀ ਖੁਦਾ ਦੀ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ, ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ ਇਹਨੂੰ ਵੇਖੋ, ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ। ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜਨ ਲਈ ਸੱਦੇ ਗਏ ਹਨ। ਐ ਪ੍ਰਭੂ, ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਸ਼ਬਦ ਆ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। तेरा बदन में खामा यीशु, तेरे प्याले जो पीवा यीशु। तेरा बदन में खामा यीशु, तेरे प्याले जो पीवा यीशु। मेरी जिंदगी का मालिक है तू, तेरे बारे में जावा यीशु। मेरी जिंदगी का मालिक है तू, तेरे बारे में जावा यीशु। रूह अपनी नू ताज़ा करा, खुद विच तेरी शक्ति भरा। रूह अपनी नू ताज़ा करा, खुद विच तेरी शक्ति भरा। तेरा शुक्र करा मैं सदा, हर थाते सुनावा यीशु। तेरा शुक्र करा मैं सदा, हर थाते सुनावा यीशु। तेरा बदन में खावा यीशु, ते तुम जो पीवा यीशु।
मेरी जिंदगी दा मालिक है तू, ते तो बारी में जावा यीशु। ਅਸੀਂ ਪ੍ਰਾਰਥਨਾ ਕਰੀਏ। ਏ ਪ੍ਰਭੂ, ਆਪਣੇ ਲੋਕਾਂ ਦੀ ਸਹਾਇਤਾ ਕਰ ਜਿਨ੍ਹਾਂ ਨੂੰ ਤੂੰ ਇਨ੍ਹਾਂ ਪਾਕ ਪੈਦਾ ਨੂੰ ਮਨਾਉਣ ਦਾ ਫਜ਼ਲ ਦਿੱਤਾ ਹੈ। ਬਖਸ਼ ਦੇ ਕਿ ਅਸੀਂ ਗੁਨਾਹਾਂ ਰਾਹੀਂ ਹੋਣ ਵਾਲੀ ਬਰਬਾਦੀ ਤੋਂ ਲੰਘ ਕੇ ਨਵੇਂ ਜੀਵਨ ਦੀ ਭਰਪੂਰੀ ਵਿੱਚ ਪਹੁੰਚਣ ਦੀ ਕਾਮਯਾਬੀ ਪਾ ਸਕੀਏ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲੇ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਕੁਰਬਾਨੀ ਚੜਾਈ ਗਈ, ਸ਼ਾਂਤੀ ਨਾਲ ਜਾਓ। खुदा दा शुक्र होवे। दुआ याद कर ए नहायत मेहरबान ख्वारी मरियम, पर कदी ये नहीं सुनिया गया कि कोई भी तेरी पनाह लभदियां, तेरी मदद चाहदियां, तेरी सिफारिश मंगदियां ते तो खाली गया होवे। ए ख्वारी ख्वारियां दी अते मेरी मां, इस तसल्ली नाल मैं तेरे कोल नसदी आंदी हां अते तेरे अगे खलो के मैं गुनाही रोंदी हां। ए देतारी होई कलाम दी मां, तू मेरी अर्ज़ां नूं हकीर ना जान, सगों मेहरबानी नाल सुन अते कबूल कर। आमीन। हजरत मरियम शांति दी रानी साडे लई दुआ कर। रानी सिमाना दी होवे तेनू सलाम, रानी सिमाना दी होवे तेनू सलाम, रानी सिमाना दिए होवे तेनू सलाम, रानी सिमाना दिए होवे तेनू सलाम, रानी सिमाना दिए होवे तेनू सलाम, रानी सिमाना दिए। तेनू करन सलाम सलाम लाइक सलाम, तेनू करन सलाम सलाम लाइक सलाम, कुल नस्लाया खास ते आमा खास ते आमा, कुल नस्लाया खास ते आमा खास ते आमा, बीच जगत तमाम रानी सिमाना दिए होवे तेनू सलाम, रानी सिमाना दिए होवे तेनू सलाम, रानी सिमाना